विद्यार्थियों अज असी पंजाबी दियां जिहड़ियां उप बोलियां ने ते उन्हां दी जिहड़ी विशेष शब्दावली है उहदे बारे संखेप दे विच चर्चा करांगे। साडी माँ बोली पंजाबी है। 1 नवंबर 1966 ਨੂੰ ਜਦੋਂ ਪੰਜਾਬੀ ਸੂਬਾ ਬਣਿਆ ਤਾਂ ਸਾਡੀ ਮਾਂ ਬੋਲੀ ਸਾਡੀ ਰਾਜ ਭਾਸ਼ਾ ਵੀ ਬਣ ਗਈ ਹੈ। ਹੁਣ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਇਕੱਲੇ ਪੰਜਾਬ ਭਾਰਤੀ ਪੰਜਾਬ ਵਿੱਚ ਹੀ ਨਹੀਂ, ਪਾਕਿਸਤਾਨੀ ਪੰਜਾਬ ਵਿੱਚ ਤੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਵਿੱਚ, ਸੈਂਕੜਿਆਂ ਮੁਲਕਾਂ ਵਿੱਚ ਜਿੱਥੇ ਪੰਜਾਬੀ ਗਏ ਨੇ ਉੱਥੇ ਉਹਨਾਂ ਵੱਲੋਂ ਬੋਲੀ ਜਾਂਦੀ ਹੈ। ਸਿਆਣਿਆਂ ਲੋਕਾਂ ਨੇ ਇੱਕ ਗੱਲ ਕਹੀ ਸੀ ਕਿ 12 ਕੋਹ 'ਤੇ ਜਾ ਕੇ ਬੋਲੀ ਬਦਲ ਜਾਂਦੀ ਹੈ। ਭਾਵੇਂ ਸਾਡੀ ਸਾਰਿਆਂ ਦੀ ਹੀ ਮਾਂ ਬੋਲੀ ਪੰਜਾਬੀ ਹੈ, ਪਰ ਕੁਝ ਇਲਾਕਾਈ ਭਿੰਨਤਾ ਪੰਜਾਬੀ ਭਾਸ਼ਾ ਦੇ ਉਚਾਰਨ ਦੇ ਵਿੱਚ ਪਾਈ ਜਾਂਦੀ ਹੈ ਅਤੇ ਜਿਹੜੀ ਇਹ ਉਚਾਰਨ ਦੇ ਵਿੱਚ ਕਿਸੇ ਖੇਤਰ ਦੀ, ਕਿਸੇ ਇਲਾਕੇ ਦੀ ਵੱਖਰੀ ਜਾਂ ਵਖਰੇਵਾਂ ਜਾਂ ਭਿੰਨਤਾ ਸਾਨੂੰ ਨਜ਼ਰ ਆਉਂਦੀ ਹੈ, ਉਹ ਉੱਥੋਂ ਦੀ ਉਪ ਬੋਲੀ ਕਹਾਉਂਦੀ ਹੈ। ਜਿਸ ਤਰ੍ਹਾਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਭਾਰਤੀ ਪੰਜਾਬ ਚੜ੍ਹਦਾ ਪੰਜਾਬ ਇੱਕ ਪਾਸੇ ਹੈ, ਪਾਕਿਸਤਾਨੀ ਪੰਜਾਬ ਲਹਿੰਦਾ ਪੰਜਾਬ ਇਹ ਦੂਜੇ ਪਾਸੇ ਤੁਹਾਨੂੰ ਦਿਖਾਇਆ ਗਿਆ ਹੈ। ਇਹਦੀਆਂ ਕੁਝ ਉਪ ਬੋਲੀਆਂ ਨੇ। ਸੋ ਪੂਰੇ ਜਿਹੜਾ ਪੰਜਾਬੀ ਭਾਈਚਾਰਾ ਜਿਹੜੀ ਭਾਸ਼ਾ ਬੋਲਦਾ ਹੈ ਉਹਨੂੰ ਅਸੀਂ ਪੰਜਾਬੀ ਬੋਲੀ ਜਾਂ ਪੰਜਾਬੀ ਭਾਸ਼ਾ ਕਹਿੰਦੇ ਹਾਂ, ਪਰ ਕੁਝ ਕੁ ਵਖਰੇਵਿਆਂ ਨਾਲ ਅੱਡ ਅੱਡ ਥਾਵਾਂ 'ਤੇ ਜਿਹੜੀ ਕੁਝ ਵੱਖਰੀ ਸ਼ਬਦਾਵਲੀ ਪ੍ਰਚਲਿਤ ਹੋ ਜਾਂਦੀ ਹੈ, ਅੱਡ ਅੱਡ ਥਾਵਾਂ ਦੇ ਉੱਤੇ ਪੰਜਾਬੀ ਭਾਸ਼ਾ ਦੇ ਜਿਹੜੇ ਥੋੜ੍ਹੇ ਥੋੜ੍ਹੇ ਵਖਰੇਵੇਂ ਵਾਲੇ ਰੂਪ ਬੋਲੇ ਜਾਂਦੇ ਨੇ ਉਹਨਾਂ ਨੂੰ ਅਸੀਂ ਕਿਸੇ ਵੀ ਭਾਸ਼ਾ ਦੀ ਉਪ ਬੋਲੀ ਜਾਂ ਉਪ ਭਾਸ਼ਾ ਕਹਿੰਦੇ ਹਾਂ। ਸੋ ਪੰਜਾਬ ਦੇ ਵਿੱਚ ਮਾਝਾ, ਮਾਲਵਾ, ਦੁਆਬਾ ਅਤੇ ਪੁਆਧ ਇਹ 4 ਹਿੱਸੇ ਨੇ। ਮੁੱਖ ਤੌਰ ਦੇ ਉੱਤੇ ਇਹਨਾਂ ਨੂੰ ਅਸੀਂ 4 ਹਿੱਸਿਆਂ 'ਚ ਵੰਡਦੇ ਹਾਂ। ਜਿਹੜੀਆਂ ਭਾਰਤੀ ਪੰਜਾਬ ਦੀਆਂ ਉਪ ਬੋਲੀਆਂ ਨੇ, ਜਿਵੇਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ ਖੱਬੇ ਪਾਸੇ, ਚੜ੍ਹਦੇ ਪੰਜਾਬ ਦੀਆਂ ਜਾਂ ਭਾਰਤੀ ਪੰਜਾਬ ਦੀਆਂ ਜਿਹੜੀਆਂ ਉਪ ਬੋਲੀਆਂ ਨੇ ਇਹਨਾਂ 'ਚ ਮੁੱਖ ਤੌਰ 'ਤੇ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਦੀ ਗੱਲ ਅੱਜ ਅਸੀਂ ਕਰਾਂਗੇ। ਇਹਦੇ ਵਿੱਚ ਪਹਾੜੀ ਬੋਲੀਆਂ ਅਤੇ ਹੋਰ ਜਿਹੜੀਆਂ ਕੁਝ ਵਿਦਵਾਨਾਂ ਨੇ ਆਪਣੀਆਂ ਦਲੀਲਾਂ ਦਿੱਤੀਆਂ ਨੇ ਉਹਨਾਂ ਦਾ ਜ਼ਿਕਰ ਇਹਦੇ ਵਿੱਚ ਮੈਂ ਪਹਿਲੇ ਪਾਠ ਵਿੱਚ ਤੁਹਾਡੇ ਨਾਲ ਨਹੀਂ ਕਰੂੰਗਾ। ਦੂਜਾ ਜਿਹੜਾ ਸਾਡਾ ਲਹਿੰਦਾ ਪੰਜਾਬ ਹੈ, ਪਾਕਿਸਤਾਨੀ ਪੰਜਾਬ ਹੈ, ਇਹਦੀਆਂ ਮੁਲਤਾਨੀ ਅਤੇ ਪੋਠੋਹਾਰੀ ਇਹ ਜਿਹੜੀਆਂ 2 ਉਪ ਬੋਲੀਆਂ ਨੇ, ਉਪ ਭਾਸ਼ਾਵਾਂ ਨੇ, ਉਹਨਾਂ ਦਾ ਜ਼ਿਕਰ ਆਏਗਾ। ਮੈਂ ਇੱਕ ਵਾਰੀ ਫੇਰ ਤੁਹਾਨੂੰ ਦੁਹਰਾ ਦਿਆਂ ਕਿ ਪੂਰੇ ਪੰਜਾਬੀ ਜਿਹੜਾ ਸਾਡਾ ਸਮਾਜ ਹੈ ਉਹਦੀ ਬੋਲੀ ਪੰਜਾਬੀ ਬੋਲੀ ਹੈ। ਕਿਸੇ ਵੀ ਬੋਲੀ ਦੇ ਕੁਝ ਉਚਾਰਨ ਪੱਖੋਂ ਅੱਡ ਅੱਡ ਥਾਵਾਂ 'ਤੇ ਕੁਝ ਅੱਡ ਤਰ੍ਹਾਂ ਦੀ ਸ਼ਬਦਾਵਲੀ ਜਿਹੜੀ ਵਿਕਸਿਤ ਹੋ ਜਾਂਦੀ ਹੈ ਉਹਨੂੰ ਅਸੀਂ ਉਪ ਬੋਲੀ ਕਹਿੰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਨਜ਼ਰ ਮਾਰਦੇ ਹਾਂ ਮਲਵਈ ਦੀ ਵਿਸ਼ੇਸ਼ ਸ਼ਬਦਾਵਲੀ। ਹੁਣ ਮਾਲਵਾ ਜਿਹੜਾ ਹੈ ਉਹ ਬਹੁਤ ਵੱਡਾ ਇਲਾਕਾ। ਮਾਲਵਾ ਲੁਧਿਆਣਾ, ਸੰਗਰੂਰ, ਮੋਗਾ, ਮੁਕਤਸਰ, ਪਟਿਆਲਾ ਇਹ ਜ਼ਿਲ੍ਹੇ ਮੁੱਖ ਤੌਰ 'ਤੇ ਇਹਦੇ 'ਚ ਆਉਂਦੇ ਨੇ। ਬਹੁਤ ਵੱਡਾ ਖੇਤਰ ਹੈ ਮਾਲਵਾ। ਉਹਦੇ ਵਿੱਚ ਕੁਝ ਸ਼ਬਦ ਜਿਹੜੇ ਹੈ ਉਹ ਤੁਹਾਨੂੰ ਮੈਂ ਟਕਸਾਲੀ ਦੇ ਔਰ ਕੁਝ ਮਲਵਈ ਦੇ ਤੁਹਾਡੇ ਨਾਲ ਸਾਂਝੇ ਕਰ ਰਿਹਾ। ਹੁਣ ਟਕਸਾਲੀ ਕੀ ਹੈ ਇਹ ਤੁਹਾਡੇ ਵਾਸਤੇ ਇੱਕ ਸਵਾਲ ਹੋਏਗਾ। ਟਕਸਾਲੀ ਸਾਡੀ ਮਾਂਝੀ ਸਵਾਰੀ ਹੋਈ ਜਿਹੜੀ ਬੋਲੀ ਹੈ ਉਹਨੂੰ ਅਸੀਂ ਟਕਸਾਲੀ ਬੋਲੀ ਕਹਿੰਦੇ ਹਾਂ। ਠੀਕ ਹੈ ਜੀ। ਜਿਹਨੂੰ ਅਸੀਂ ਕਿਤਾਬੀ ਕਹਿ ਲਓ, ਉਹਨੂੰ ਤੁਸੀਂ ਸੌਖੇ ਸ਼ਬਦਾਂ ਦੇ ਵਿੱਚ ਪੂਰਨ ਰੂਪ ਵਿੱਚ ਸ਼ੁੱਧ ਪੰਜਾਬੀ ਕਹਿ ਲਓ। ਠੀਕ ਹੈ, ਉਹਨੂੰ ਅਸੀਂ ਟਕਸਾਲੀ ਜਾਂ ਸਟੈਂਡਰਡ ਪੰਜਾਬੀ ਕਹਿ ਲਓ। ਅਤੇ ਜਿਹੜੇ ਇਲਾਕੇ ਦੇ ਵਿੱਚ ਕੁਝ ਵੱਖਰੇ ਸ਼ਬਦ ਬਣ ਜਾਂਦੇ ਨੇ ਉਹਨੂੰ ਅਸੀਂ ਉਪ ਬੋਲੀ ਦੇ ਸ਼ਬਦ ਕਹਿੰਦੇ ਹਾਂ। ਸੋ ਟਕਸਾਲੀ ਦਾ ਸ਼ਬਦ ਕਿਹੜਾ, ਜਿਹੜਾ ਤੁਹਾਡਾ ਉਪ ਭਾਸ਼ਾ ਦਾ ਸ਼ਬਦ ਆ ਉਹ ਖੱਬੇ ਪਾਸੇ ਆਏਗਾ ਅਤੇ ਟਕਸਾਲੀ ਦਾ ਸ਼ਬਦ ਸੱਜੇ ਪਾਸੇ ਆਏਗਾ। ਦੋਨੋਂ ਜਿਹੜੀਆਂ ਸਲਾਈਡਾਂ ਨੇ ਇਹਨਾਂ ਦੇ ਵਿੱਚ ਮਲਵਈ ਅਤੇ ਟਕਸਾਲੀ ਦੀ ਗੱਲ ਕੀਤੀ ਜਾਏਗੀ। ਪਹਿਲਾਂ ਦੇਖੋ ਤੁਸੀਂ ਧਿਆਨ ਨਾਲ ਤੁਹਾਡੀ ਸਕਰੀਨ ਦੇ ਉੱਤੇ, ਮਲਵਈ ਦੇ ਵਿੱਚ ਬੋਤਾ ਕਹਿੰਦੇ ਆ, ਟਕਸਾਲੀ ਪੰਜਾਬੀ ਦੇ ਵਿੱਚ, ਸ਼ੁੱਧ ਪੰਜਾਬੀ ਦੇ ਵਿੱਚ, ਸਾਹਿਤਕ ਪੰਜਾਬੀ ਦੇ ਵਿੱਚ ਊਠ ਕਹਿੰਦੇ ਆ। ਮਲਵਈ 'ਚ ਕਹਿੰਦੇ ਆ ਛਈ ਦੇਣੇ, ਟਕਸਾਲੀ 'ਚ ਕਹਿੰਦੇ ਆ ਛੇਤੀ ਨਾਲ। ਮਲਵਈ 'ਚ ਕਹਿੰਦੇ ਆ ਨਗੋਚ, ਵੀ ਤੂੰ ਐਵੇਂ ਨਗੋਚ ਨਾ ਕੱਢ ਬਈ। ਅਤੇ ਆਪਾਂ ਜਿਹੜੀ ਟਕਸਾਲੀ ਆ ਉਹਦੇ 'ਚ ਕਹਿੰਦੇ ਆ ਨੁਕਸ, ਵੀ ਨੁਕਸ ਨਾ ਕੱਢੋ। ਮਾਖੋ ਚੌੜ ਕਹਿੰਦੇ ਆ ਮਲਵਈ 'ਚ ਅਤੇ ਸ਼ਰਾਰਤ ਕਹਿੰਦੇ ਹਾਂ ਅਸੀਂ ਟਕਸਾਲੀ 'ਚ। ਜਰਾਂਦ ਮਲਵਈ, ਧੀਰਜ ਅਸੀਂ ਉਹਨੂੰ ਟਕਸਾਲੀ 'ਚ ਕਹਿੰਦੇ ਹਾਂ। ਬੱਬਰ
ਮਲਵਈ 'ਚ, ਢਿੱਡ ਟਕਸਾਲੀ 'ਚ। ਧੰਗੇੜ, ਮੈਂ ਨਹੀਂ ਬਈ ਧੰਗੇੜ ਜਰ ਸਕਦਾ, ਆਮ ਮਲਵਈ ਦਾ ਡਾਇਲੋਗ ਹੈ। ਧੰਗੇੜ ਨੂੰ ਟਕਸਾਲੀ 'ਚ ਧੱਕਾ ਕਹਿੰਦੇ ਆ। ਅੱਛਾ, ਫਿਰ ਸੋਬਤੀ, ਸੁਤੇਹੀ, ਉਹਨੇ ਤਾਂ ਸੋਬਤੀ ਹੀ ਕਹਿ ਦਿੱਤਾ। ਇਹ ਮਲਵਈ 'ਚ ਅਸੀਂ ਅਕਸਰ ਵਰਤਦੇ ਹਾਂ। ਅਤੇ ਇਹ ਸੁਤੇਹੀ, ਇਹਨੂੰ ਅਸੀਂ ਕਹਿ ਦਿੰਦੇ ਹਾਂ ਟਕਸਾਲੀ ਦੇ ਵਿੱਚ। ਸਾਜਰੇ, ਮੈਂ ਤਾਂ ਸਾਜਰੇ ਉੱਠ ਕੇ ਤੁਰ ਪਿਆ। ਸਾਜਰੇ ਨੂੰ ਟਕਸਾਲੀ 'ਚ ਸਵੇਰੇ ਕਹਿੰਦੇ ਆ, ਮਲਵਈ ਵਾਲੇ ਸਾਜਰੇ ਕਹਿ ਦਿੰਦੇ ਆ। ਜਮਾਂ ਹੀ ਨਹੀਂ, ਜਮਾਂ ਹੀ ਨਹੀਂ ਸ਼ਬਦ ਮਲਵਈ 'ਚ ਵਰਤਦੇ ਆ, ਟਕਸਾਲੀ 'ਚ ਇਹਨੂੰ ਕਹਿ ਦਿੰਦੇ ਨੇ ਉੱਕਾ ਹੀ ਨਹੀਂ। ਭਾਨੀ, ਕਿ ਫਲਾਣੇ ਨੇ ਫਲਾਣੇ ਦਾ ਰਿਸ਼ਤਾ ਤੜਵਾਤਾ ਕਿਉਂਕਿ ਉਹਨੇ ਭਾਨੀ ਮਾਰੀ ਸੀ। ਅਤੇ ਚੁਗਲੀ ਕਹਿ ਦਿੰਦੇ ਆ ਇਹਨੂੰ ਟਕਸਾਲੀ ਵਿੱਚ। ਥੋਡਾ ਜਾਂ ਸੋਡਾ ਇਹ ਮਲਵਈ 'ਚ ਵਰਤਿਆ ਜਾਂਦਾ, ਅਤੇ ਤੁਹਾਡਾ ਸ਼ਬਦ ਜਿਹੜਾ ਉਹ ਕਿਤਾਬੀ ਜਾਂ ਸਾਹਿਤਕ ਜਾਂ ਟਕਸਾਲੀ 'ਚ ਵਰਤਿਆ ਜਾਂਦਾ। ਘੌਲ, ਮੈਂ ਤਾਂ ਘੌਲ ਕਰ ਲਈ, ਜਾਂ ਤੁਸੀਂ ਘੌਲ ਨਾ ਕਰੋ। ਅਤੇ ਸੁਸਤੀ ਟਕਸਾਲੀ 'ਚ ਵਰਤਿਆ ਜਾਂਦਾ। ਇਸ ਤਰ੍ਹਾਂ ਮਲਵਈ ਦੇ ਅਤੇ ਟਕਸਾਲੀ ਦੇ ਸ਼ਬਦਾਂ ਵਿੱਚ ਤੋਕੀ, ਐਤਕੀ ਟਕਸਾਲੀ 'ਚ ਕਹਿੰਦੇ ਨੇ। ਆਥਣ ਟਕਸਾਲੀ 'ਚ ਸ਼ਾਮ ਕਹਿੰਦੇ ਨੇ। ਕਝਾਨੀ, ਇਹਨੂੰ ਚਲਾਕੀ ਟਕਸਾਲੀ 'ਚ ਕਹਿੰਦੇ ਨੇ। ਕੇਰਾਂ, ਇਹਨੂੰ ਟਕਸਾਲੀ 'ਚ ਇੱਕ ਵਾਰ ਕਹਿੰਦੇ ਨੇ। ਕੰਨ ਬਲੇਲ, ਇਹਨੂੰ ਟਕਸਾਲੀ 'ਚ ਕਨਸੋ ਕਹਿੰਦੇ ਨੇ। ਧੱਤ, ਇਹਨੂੰ ਟਕਸਾਲੀ 'ਚ ਆਦਤ ਕਹਿੰਦੇ ਨੇ। ਬੋਦਾ, ਕਿ ਕਾਗਜ਼ ਤਾਂ ਬਿਲਕੁਲ ਬੋਦਾ ਹੋਇਆ ਪਿਆ, ਇਹਨੂੰ ਟਕਸਾਲੀ 'ਚ ਪੁਰਾਣਾ ਕਹਿੰਦੇ ਨੇ। ਡੂਢ, ਇਹਨੂੰ ਟਕਸਾਲੀ 'ਚ ਡੇਢ ਕਹਿੰਦੇ ਨੇ। ਬਾਈ, ਇਹਨੂੰ ਵੱਡਾ ਭਰਾ ਕਹਿ ਦਿੰਦੇ ਨੇ ਟਕਸਾਲੀ ਵਿੱਚ। ਜਵੜੀ, ਇਹਨੂੰ ਊਲ ਜਲੂਲ ਟਕਸਾਲੀ 'ਚ ਕਹਿ ਦਿੰਦੇ ਨੇ। ਆਪਾਂ ਕਹਿੰਦੇ ਜਵੜੀਆਂ ਨਾ ਮਾਰ, ਅਤੇ ਆਪਾਂ ਟਕਸਾਲੀ 'ਚ ਕਹਾਂਗੇ ਕਿ ਊਲ ਜਲੂਲ ਨਾ ਬੋਲ। ਹੁਜਕਾ, ਟਕਸਾਲੀ 'ਚ ਇਹਨੂੰ ਕਹਿੰਦੇ ਆ ਝਟਕਾ। ਪੰਜੀ ਮਲਵਈ 'ਚ ਕਹਿੰਦੇ ਆ, ਅਤੇ 25 25 ਟਕਸਾਲੀ 'ਚ ਕਹਿੰਦੇ ਆ। ਮਲਵਈ ਦੇ ਵਿੱਚ ਛੀ ਕਹਿੰਦੇ ਆ, ਅਤੇ ਟਕਸਾਲੀ ਦੇ ਵਿੱਚ ਛੇ ਕਹਿੰਦੇ ਆ। ਇਹ ਸੀ ਮਲਵਈ ਦੀ ਸ਼ਬਦਾਵਲੀ, ਅਤੇ ਨਾਲ ਨਾਲ ਅਸੀਂ ਟਕਸਾਲੀ ਦੇ ਮੁਕਾਬਲੇ 'ਤੇ ਉਹਨੂੰ ਰੱਖ ਕੇ ਦੇਖਿਆ। ਸੋ ਜੇ ਸਾਨੂੰ ਇਹ ਯਾਦ ਹੋ ਜਾਂਦੇ ਆ ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਮਾਲਵੇ 'ਚ ਕਿਸ ਤਰ੍ਹਾਂ ਦੀ ਜਿਹੜੀ ਉਪਭਾਸ਼ਾ ਹੈ ਮਲਵਈ ਉਹ ਬੋਲੀ ਜਾਂਦੀ ਹੈ। ਅੱਗੇ ਪੁਆਧ ਦਾ ਇਲਾਕਾ, ਜਿਹੜਾ ਪੁਆਧ ਦਾ ਇਲਾਕਾ ਹੈ ਪੰਜਾਬ ਦਾ ਪੂਰਬ ਅੱਧ, ਵੈਸੇ ਇਹਨੂੰ ਮਾਲਵੇ ਦੇ ਵਿੱਚ ਹੀ ਸ਼ੁਮਾਰ ਕੀਤਾ ਜਾਂਦਾ ਬਹੁਤੀ ਵਾਰੀ, ਪਰ ਥੋੜ੍ਹੀ ਜਿਹੀ ਇਹਦੇ ਵਿੱਚ ਇਹਦੀ ਸ਼ਬਦਾਵਲੀ ਦੀ ਭਿੰਨਤਾ ਕਰਕੇ ਬਹੁਤ ਸਾਰੇ ਵਿਦਵਾਨ ਜਿਹੜੇ ਆ ਉਹਨਾਂ ਨੇ ਇਹਨੂੰ ਪੁਆਧੀ ਦੇ ਵਿੱਚ ਰੱਖਿਆ। ਅਤੇ ਵਾਕਈ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਦੇ ਵਿੱਚ ਬੜੇ ਵੱਖਰੀ ਤਰ੍ਹਾਂ ਦੇ ਸ਼ਬਦ ਤੁਹਾਨੂੰ ਮਿਲਣਗੇ। ਹੁਣ ਟਕਸਾਲੀ 'ਚ ਕਹਿੰਦੇ ਆ ਸਹੁਰਾ, ਅਤੇ ਪੁਆਧੀ 'ਚ ਕਹਿੰਦੇ ਆ ਸਿੰਘ ਜੀ। ਟਕਸਾਲੀ 'ਚ ਕਹਿੰਦੇ ਆ ਪਸ਼ੂ, ਅਤੇ ਪੁਆਧੀ 'ਚ ਕਹਿੰਦੇ ਆ ਗੋਰੂ। ਨਾਲ ਨਾਲ ਸ਼ਬਦ ਟਕਸਾਲੀ ਵਿੱਚ ਹੈ, ਅਤੇ ਗੈਲ ਗੈਲ ਸ਼ਬਦ ਜਿਹੜਾ ਉਹ ਪੁਆਧੀ ਵਿੱਚ ਹੈ। ਵਿੱਚ ਸ਼ਬਦ ਟਕਸਾਲੀ 'ਚ ਹੈ, ਅਤੇ ਵਿਚਮਾ ਇਹ ਪੁਆਧੀ ਵਿੱਚ ਹੈ। ਕਿਸ ਵਿੱਚ, ਅਤੇ ਜਿਹੜੇ ਪੁਆਧੀ ਵਾਲੇ ਉਹ ਪਤਾ ਕੀ ਕਹਿਣਗੇ, ਕਾਸਮਾ। ਪੁਆਧੀ 'ਚ ਕਹਿੰਦੇ ਭੱਤ, ਅਤੇ ਭੱਤ ਨੂੰ ਅਸੀਂ ਚੌਲ ਕਹਿੰਦੇ ਹਾਂ ਟਕਸਾਲੀ ਵਿੱਚ। ਬੂਜਾ ਕਿਹਾ ਜਾਂਦਾ ਹੈ ਪੁਆਧੀ ਵਿੱਚ, ਅਤੇ ਬੱਚਾ ਕਹਿ ਦਿੱਤਾ ਜਾਂਦਾ ਕਿਹਦੇ ਵਿੱਚ, ਟਕਸਾਲੀ ਵਿੱਚ। ਅੱਛਾ, ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਾਂ, ਤੁਸੀਂ ਪੰਜਾਬੀ ਦੇ ਗਾਇਕ ਸਤਵਿੰਦਰ ਬੁੱਗਾ ਦਾ ਨਾਂ ਸੁਣਿਆ ਹੋਏਗਾ। ਜਿਹੜਾ ਛੋਟਾ ਜਿਹਾ ਬੱਚਾ ਹੁੰਦਾ, ਗੋਲ ਜਿਹਾ ਬੱਚਾ ਹੁੰਦਾ, ਉਹਨੂੰ ਬੂਜਾ ਵੀ ਕਹਿ ਦਿੰਦੇ ਆ, ਅਤੇ ਉਹਨੂੰ ਬੁੱਗਾ ਵੀ ਕਹਿ ਦਿੰਦੇ ਆ। ਇਹ ਪੁਆਧੀ ਵਿੱਚ ਕਿਹਾ ਜਾਂਦਾ। ਉਹਦਾ ਨਾਂ ਵੀ ਸਤਵਿੰਦਰ ਬੁੱਗਾ ਸ਼ਾਇਦ ਇਸ ਤੋਂ ਹੀ ਬਣਿਆ ਹੋਏਗਾ। ਸੂਈ ਮੱਝ ਜਿਹੜੀ ਟਕਸਾਲੀ ਦੇ ਵਿੱਚ ਅਸੀਂ ਕਹਿੰਦੇ ਹਾਂ ਉਹਨੂੰ, ਜਿਹੜੇ ਉਹ ਹੈਗੇ ਆ ਪੁਆਧੀ ਵਾਲੇ, ਉਹ ਬਿਆਈ ਕਹਿ ਦਿੰਦੇ ਆ। ਜਿੱਦਾਂ ਨੂੰ ਜੀਕਣ ਕਹਿੰਦੇ ਆ ਉਹ। ਆਪਾਂ ਜਿਹੜੇ ਟਕਸਾਲੀ ਵਾਲੇ, ਜਿਹੜੇ ਸ਼ੁੱਧ ਪੰਜਾਬੀ ਵਾਲੇ ਤੁਸੀਂ ਕਹਿੰਦੇ ਆ, ਉਹ ਥਵੇਂ ਕਹਿ ਦਿੰਦੇ ਆ। ਟਕਸਾਲੀ ਵਾਲੇ ਸਾਥੋਂ ਕਹਿੰਦੇ ਆ, ਉਹ ਸਾਤੇ ਕਹਿ ਦਿੰਦੇ ਆ। ਅਸਾਂ ਨੇ ਸ਼ਬਦ ਨੂੰ ਉਹ ਸਾਨੇ ਕਹਿ ਦਿੰਦੇ ਆ। ਅੱਛਾ, ਇੱਕ ਆਹ ਦੇਖਿਓ, ਆਪਾਂ ਟਕਸਾਲੀ 'ਚ ਕਹਿੰਦੇ ਹਾਂ ਭਾਂਡੇ, ਉਹ ਕਹਿੰਦੇ ਆ ਬਾਸਣ। ਆਪਾਂ ਅਧਰਿੜਕ, ਜਿਹੜੀ ਗਾੜੀ ਲੱਸੀ ਹੈ ਥੋੜ੍ਹੀ ਰਿੜਕੀ ਹੋਈ ਹੁੰਦੀ ਆ, ਉਹਨੂੰ ਅਸੀਂ ਅਧਰਿੜਕ ਕਹਿੰਦੇ ਹਾਂ, ਹੈ ਨਾ, ਅਤੇ ਉਹ ਉਹਨੂੰ ਘਰੜ ਕਹਿੰਦੇ ਆ ਪੁਆਧੀ ਵਾਲੇ। ਆਪਾਂ ਕੰਧੋੜੀ ਕਹਿੰਦੇ ਹਾਂ, ਉਹ ਓਟਾ ਕਹਿ ਦਿੰਦੇ ਆ। ਕਦੋਂ ਨੂੰ, ਉਹ ਕੋਗਲ ਕਹਿੰਦੇ ਆ। ਐਤਕੀ ਨੂੰ ਇਥਕੇ ਕਹਿੰਦੇ ਆ। ਅਸਵਾਰ ਨੂੰ ਸਵਾਰ ਕਹਿੰਦੇ ਆ। ਉਦੋਂ ਨੂੰ ਓਗਲ ਕਹਿੰਦੇ ਆ। ਤਰਫ ਨੂੰ ਓੜੀ ਕਹਿੰਦੇ ਆ। ਕਿਸਦਾ ਨੂੰ ਕਿੱਕਾ ਕਹਿੰਦੇ ਆ। ਸੋਕਾ ਨੂੰ ਔੜ ਕਹਿੰਦੇ ਆ। ਟਕਸਾਲੀ ਵਾਲੇ ਗਾਂ ਕਹਿੰਦੇ ਆ, ਪੁਆਧੀ ਵਾਲੇ ਗੈਂ ਕਹਿੰਦੇ ਆ। ਟਕਸਾਲੀ ਵਾਲੇ ਲੜਕੀ ਕਹਿੰਦੇ ਆ, ਅਤੇ ਪੁਆਧੀ ਵਾਲੇ ਛੋਕਰੀ ਕਹਿੰਦੇ ਆ। ਇਹ ਸੀ ਪੁਆਧੀ ਅਤੇ ਟਕਸਾਲੀ ਦੇ ਸ਼ਬਦ।
ਅੱਗੇ ਸਾਡੇ ਕੋਲ ਆ ਗਈ ਦੁਆਬੀ। ਜਲੰਧਰ, ਹੁਸ਼ਿਆਰਪੁਰ, ਕਪੂਰਥਲਾ। ਇਸ ਤੋਂ ਪਹਿਲਾਂ ਅਸੀਂ ਜ਼ਿਕਰ ਕੀਤਾ ਸੀ ਜਿਹੜਾ ਪੁਆਧੀ ਦਾ, ਇਹ ਰਾਜਪੁਰਾ ਤਹਿਸੀਲ ਦਾ ਹਿੱਸਾ, ਮੋਹਾਲੀ, ਚੰਡੀਗੜ੍ਹ, ਠੀਕ ਹੈ, ਰੋਪੜ ਦਾ ਕੁਝ ਹਿੱਸਾ, ਉਸ ਹਿੱਸੇ ਦੇ ਵਿੱਚ ਜਿਹੜੀ ਪੁਆਧੀ ਬੋਲੀ ਜਾਂਦੀ ਹੈ। ਅਤੇ ਜਿਹੜੀ ਦੁਆਬੀ ਹੈ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਵਿੱਚ ਬੋਲੀ ਜਾਂਦੀ ਹੈ। ਮੈਂ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂ। ਟਕਸਾਲੀ ਸੱਜੇ ਹੱਥ ਹੈ, ਦੁਆਬੀ ਖੱਬੇ ਹੱਥ ਹੈ। ਮੈਂ ਸੱਜਿਓਂ ਖੱਬੇ ਵੱਲ ਨੂੰ। ਅਜੀਬ, ਔਰਾ, ਪਿਓ, ਪੇ, ਘਿਓ, ਘੇ, ਤਿਉ, ਤੇ, ਜੰਝ, ਜਨੇਤ, ਗਿੱਜਣਾ, ਗੇਜੜਾ, ਭਰਿੰਡ, ਧਮੋੜੀ, ਜਿਹਨੂੰ ਅਸੀਂ ਭੂੰਡ ਕਹਿ ਦਿੰਦੇ ਹਾਂ, ਦੁਆਬੇ 'ਚ ਉਹਨੂੰ ਧਮੋੜੀ ਕਹਿੰਦੇ ਆ। ਵਿਚਕਾਰ ਨੂੰ ਦੁਆਬੇ 'ਚ ਗੱਭੇ ਕਹਿੰਦੇ ਆ, ਨਿਉਂਦਰਾ ਨੂੰ ਨੀਂਦਾ ਕਹਿੰਦੇ ਆ, ਜਦੋਂ ਨੂੰ ਜਿੱਦਣ ਕਹਿੰਦੇ ਆ, ਜਾਗ ਨੂੰ ਜੰਮਣ ਕਹਿੰਦੇ ਆ, ਸੇਰੂਆ ਨੂੰ ਸੇਰੂ ਕਹਿੰਦੇ ਆ, ਤਸਲੇ ਨੂੰ ਕੜਾਈਏ ਨੂੰ ਲੋਹਾਂਡਾ ਕਹਿੰਦੇ ਆ, ਜਲਧਾਰ ਨੂੰ ਚੋ ਕਹਿੰਦੇ ਆ, ਉਧਾਰ ਨੂੰ ਹੁਧਾਰ ਕਹਿੰਦੇ ਆ, ਜਿਸ ਤਰ੍ਹਾਂ ਨੂੰ ਜਿੱਦਾਂ ਕਹਿੰਦੇ ਆ, ਸੰਨ ਨੂੰ ਸੀਗੇ ਕਹਿੰਦੇ ਆ। ਤੁਸੀਂ ਕਦੇ ਵੀ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ ਦੇ ਬੰਦੇ ਨਾਲ ਗੱਲ ਕਰੋਗੇ, ਆਮ ਤੌਰ 'ਤੇ ਸੀਗੇ ਸੀਗੇ ਸ਼ਬਦ ਬਹੁਤ ਵਰਤੇਗਾ। ਭਿਉਂਕੇ ਨੂੰ ਭੇਂ ਕੇ, ਲੱਭਣਾ ਨੂੰ ਲੱਜਣਾ, ਮਾਂ ਨੂੰ ਇਹ ਕਈ ਵਾਰ ਭਾਬੀ ਕਹਿੰਦੇ ਆ। ਇਹ ਅਲੱਗ ਅਲੱਗ ਇਲਾਕਿਆਂ ਵਿੱਚ ਹੈ, ਇਹ ਪੱਕਾ ਨਹੀਂ, ਕਿਸੇ ਕਿਸੇ ਥਾਂ ਵਿੱਚ। ਪੱਛਮ ਨੂੰ ਪੱਛੋਂ ਕਹਿੰਦੇ ਆ, ਅਤੇ ਪੀੜੇ ਕਮਾਦ ਦਾ ਜਿਹੜਾ ਸੁੱਕਾ ਫੋਕ ਹੁੰਦਾ ਉਹਨੂੰ ਇਹ ਪੱਛੀ ਕਹਿੰਦੇ ਆ। ਇਹ ਗੱਲ ਸੀ ਦੁਆਬੀ ਦੀ। ਅੱਗੇ ਸਾਡੇ ਕੋਲ ਆ ਗਈ ਮਾਝੀ। ਪਹਿਲਾਂ ਅਸੀਂ ਮਾਝੀ ਨੂੰ ਹੀ ਸਟੈਂਡਰਡ ਪੰਜਾਬੀ ਜਾਂ ਟਕਸਾਲੀ ਮੰਨਦੇ ਹੁੰਦੇ ਸੀ, ਕਿਉਂਕਿ ਮਾਝੀ ਉਹਦੇ ਕਾਫੀ ਨੇੜੇ ਸੀ। ਅਜੋਕੇ ਸਮੇਂ 'ਚ ਬਹੁਤਾ ਸਾਹਿਤ ਮਾਲਵੇ ਵੱਲੋਂ ਰਚਿਆ ਜਾ ਰਿਹਾ ਹੈ, ਅਤੇ ਹੁਣ ਅਸੀਂ ਟਕਸਾਲੀ ਦੇ ਨੇੜੇ ਮਲਵਈ ਨੂੰ ਕੁਝ ਹੱਦ ਤੱਕ ਰੱਖਦੇ ਹਾਂ। ਮੈਂ ਇਸ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ, ਪਰ ਕੁਝ ਵਿਦਵਾਨ ਇਸ ਨੂੰ ਰੱਖਦੇ ਨੇ। ਹੁਣ ਮਾਝੀ ਦੇਖੋ ਜੀ, ਇਹਦੇ ਕੁਝ ਵੱਖਰੇ ਸ਼ਬਦ ਨੇ। ਮੈਂ ਸੱਜੇ ਹੱਥ ਟਕਸਾਲੀ ਹੈ, ਖੱਬੇ ਹੱਥ ਮਾਝੀ ਹੈ। ਘਰਵਾਲੀ ਮਾਝੀ 'ਚ ਕਹਿਣਗੇ ਬੁੱਢੀ। ਆਰਾਮ ਨੂੰ ਕਹਿਣਗੇ ਰੁਮਾਨ। ਬੋਲਣਾ ਨੂੰ ਕਹਿਣਗੇ ਕੂਣਾ। ਮੈਂ ਨਹੀਂ ਕੂਇਆ, ਤੂੰ ਕੂਣਾ ਕਦੋਂ ਬੰਦ ਕਰੇਗਾ। ਮਾਂ ਨੂੰ ਝਾਈ। ਕੋਲ ਨੂੰ ਮੁੱਢ। ਨਿਉਂਦਰੇ ਨੂੰ ਨੇਂਦਰਾ, ਅਤੇ 11 ਨੂੰ 11 ਕਹਿਣਗੇ। ਪਸ਼ੂ ਨੂੰ ਪਹੂ ਕਹਿਣਗੇ, ਪੈਸੇ ਨੂੰ ਪੈਸਾ ਕਹਿਣਗੇ। ਉਹ ਸ ਦਾ ਉਚਾਰਨ ਨਹੀਂ ਐਂਡ 'ਤੇ ਕਰਦੇ, ਹਾ ਦਾ ਉਚਾਰਨ ਕਰ ਦਿੰਦੇ ਆ। ਪਹੂ, ਪੈਸਾ। ਉਸਨੇ, ਓਨ। ਰਿੰਨਿਆਂ ਨੂੰ ਰਿੱਧਾ, ਟਾਕੀ ਨੂੰ ਟੱਲੀ, ਛੇਤੀ ਨੂੰ ਝੱਬਦੇ, ਲੈ ਜਾਣਾ ਖੜਨਾ, ਸਬਜ਼ੀ ਨੂੰ ਸਲੋਣਾ, ਤੱਕ ਨੂੰ ਤੋੜੀ, ਗੁੱਦਾ, ਗੁੰਨਿਆ, ਕੱਲ੍ਹ ਨੂੰ ਭਲਕੇ, ਦੇਖਿਆ ਨੂੰ ਡਿੱਠਾ, ਠੀਕ ਹੈ। ਅਤੇ ਅੱਗੇ ਲਾਗੇ ਜਿਹੜਾ ਸ਼ਬਦ ਹੈ ਉਹ ਨੇੜ ਨੂੰ ਉਹ ਲਾਗੇ ਸ਼ਬਦ ਵਰਤਦੇ ਆ। ਮੈਂ ਇੱਕ ਵਾਰੀ ਫੇਰ ਦੱਸ ਦਿਆਂ, ਅਸੀਂ ਇਹ ਜਿਹੜਾ ਜ਼ਿਕਰ ਹੁਣੇ ਕਰਕੇ ਹਟਿਆ ਮਾਝੀ ਦਾ, ਕਿੱਥੇ ਕਿੱਥੇ ਬੋਲੀ ਜਾਂਦੀ ਹੈ? ਅੰਮ੍ਰਿਤਸਰ, ਗੁਰਦਾਸਪੁਰ, ਲਾਹੌਰ, ਤਰਨ ਤਾਰਨ। ਭਾਰਤ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ, ਅਤੇ ਪਾਕਿਸਤਾਨ ਦੇ ਵਿੱਚ ਲਾਹੌਰ ਅਤੇ ਉਹਦੇ ਨਾਲ ਲੱਗਦਾ ਇਲਾਕਾ। ਹੁਣ ਸਾਡੀ ਅਗਲੀ ਭਾਸ਼ਾ ਹੈ ਜੀ ਪੋਠੋਹਾਰੀ। ਪੋਠੋਹਾਰੀ ਦੀ ਜਿਹੜੀ ਵਿਸ਼ੇਸ਼ ਸ਼ਬਦਾਵਲੀ ਆ, ਇਹਨੂੰ ਮੈਂ ਸਧਾਰਨ ਤੌਰ 'ਤੇ ਪੜ੍ਹ ਦਿਆਂਗਾ। ਸੱਜੇ ਹੱਥ ਟਕਸਾਲੀ ਅਤੇ ਖੱਬੇ ਹੱਥ ਪੋਠੋਹਾਰੀ। ਮੈਂ ਸੱਜਿਓਂ ਖੱਬੇ ਨੂੰ ਬੋਲਾਂਗਾ। ਪਹਿਲੀ ਸਲਾਈਡ। ਲੱਭਿਆ, ਲੱਦਾ। ਹਿੰਜ, ਇੰਜ, ਹਿੰਜ। ਮੈਨੂੰ ਮਿੱਗੀ। ਸਵਖਤੇ, ਫਜ਼ਰੀ। ਸੌਣਾ, ਸੈਣਾ। ਇਕੱਠ, ਇਕੱਠਾ। ਬੱਚਾ, ਜਾਤਕ। ਪਹੁੰਚਿਆ, ਪਹੁਤਾ। ਤੁਸੀਂ ਕੀਤਾ, ਕੀਤੋਵੇ। ਮੇਰਾ, ਮੈਂਡਾ। ਕੌਲੀ, ਕੋਲੀ। ਅਸੀਂ ਸੁੱਤੇ, ਸੁਤੋਸੇ। ਗੇਂਦ, ਖੇਨੂੰ। ਤੂੰ ਕੀਤਾ, ਕੀਤੋਈ। ਤੈਨੂੰ, ਤੁੱਗੀ। ਸਾਡਾ, ਸਾੜਾ। ਖਲੋਜਾ, ਖਲੇਨਾ। ਤੇਤੀ, ਤੇਤਰੀ। ਜਾਵਾਂਗਾ, ਗੱਛਸੀ। ਆਵਾਂਗਾ, ਅੱਛਸੀ। ਮੈਂ ਸੁੱਤਾ, ਸੁੱਤਮ। ਇਹ ਜਿਹੜਾ ਪਾਕਿਸਤਾਨ ਦੇ ਵਿੱਚ ਆ ਹੁਣ ਇਹ ਇਲਾਕਾ, ਪੰਜਾਬੀ ਦੇ ਪ੍ਰਸਿੱਧ ਸ਼ਾਇਰ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਵਿੱਚ ਪੋਠੋਹਾਰੀ ਦੇ ਕੁਝ ਸ਼ਬਦ ਤੁਹਾਨੂੰ ਮਿਲਣਗੇ, ਅਤੇ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਰਤਾਰ ਸਿੰਘ ਦੁੱਗਲ ਦੀ ਜਿਹੜੀ ਰਚਨਾ ਹੋਏਗੀ ਉਹਦੇ ਵਿੱਚ ਵੀ ਤੁਹਾਨੂੰ ਪੋਠੋਹਾਰ ਦੇ ਸ਼ਬਦ ਮਿਲਣਗੇ। ਸੋ ਅਜੇ ਇਹਨੂੰ ਬਹੁਤੀ ਡਿਟੇਲ ਵਿੱਚ ਤੁਹਾਡੇ ਨਾਲ ਨਹੀਂ ਕਰਾਵਾਂਗੇ, ਤੁਸੀਂ ਅਜੇ ਨਵੇਂ ਹੋ, ਨਵੇਂ ਜੁੜ ਰਹੇ ਹੋ ਇਸ ਕਲਾਸ ਵਿੱਚ, ਸੋ ਇਸ ਲਈ ਪੋਠੋਹਾਰੀ ਦਾ ਇੰਨਾ ਕੁ ਹਿੱਸਾ ਤੁਸੀਂ ਜ਼ਰੂਰ ਸਿੱਖਿਆ ਹੋਏਗਾ। ਪਾਕਿਸਤਾਨ ਦੇ ਪੋਠੋਹਾਰ ਦੇ ਇਲਾਕੇ ਵਿੱਚ ਇਹ ਬੋਲੀ ਜਾਂਦੀ ਹੈ।
ਅੱਗੇ ਹੈ ਜੀ ਸਾਡੇ ਕੋਲ ਮੁਲਤਾਨੀ ਦੀ ਵਿਸ਼ੇਸ਼ ਸ਼ਬਦਾਵਲੀ। ਠੀਕ ਹੈ, ਇਹਦੇ ਵਿੱਚ ਵੀ ਮੈਂ ਲਿਸਟ ਹੀ ਪੜ੍ਹਾਂਗਾ, ਜ਼ਿਆਦਾ ਡਿਟੇਲ ਤੁਹਾਡੇ ਨਾਲ ਅਜੇ ਡਿਸਕਸ ਨਹੀਂ ਕਰਾਂਗੇ, ਕਿਉਂਕਿ ਤੁਸੀਂ ਭਾਰਤੀ ਜਿਹੜੀਆਂ ਪੰਜਾਬ ਦੀਆਂ ਉਪ ਭਾਸ਼ਾਵਾਂ ਨੇ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ, ਉਹਨਾਂ ਨੂੰ ਮੈਂ ਜ਼ਿਆਦਾ ਡਿਟੇਲ ਨਾਲ ਕਰਾਇਆ। ਜਿਹੜਾ ਲਹਿੰਦਾ ਪੰਜਾਬ ਹੈ, ਪਾਕਿਸਤਾਨੀ ਪੰਜਾਬ ਹੈ, ਉਹਦਾ ਜਿਹੜਾ ਇਹ ਹਿੱਸਾ ਹੈ, ਉਹਦੀਆਂ ਉਪ ਭਾਸ਼ਾਵਾਂ ਅਤੇ ਪੰਜਾਬੀ ਦੀਆਂ ਹੋਰ ਵੀ ਕਾਫੀ ਸਾਰੀਆਂ ਉਪ ਭਾਸ਼ਾਵਾਂ ਵਿਦਵਾਨਾਂ ਨੇ ਸਾਨੂੰ ਦੱਸੀਆਂ ਨੇ, ਪਰ ਉਹਦਾ ਜ਼ਿਕਰ ਆਪਾਂ ਅਜੇ ਨਹੀਂ ਕਰਾਂਗੇ। ਪਹਿਲਾਂ ਦੇਖੋ ਜੀ, ਸੱਜੇ ਟਕਸਾਲੀ, ਖੱਬੇ ਮੁਲਤਾਨੀ, ਗੁੱਸਾ ਕਾਵਰ, ਲੈਣੀ ਘਿੰਨਣੀ, ਦੇਵੇਗਾ ਦੇਸੀ, ਦਿੱਤੀ ਇਹ ਡਿੱਤੀਅਮ, ਹੁਣ ਇਹ ਦੱਦੇ ਦੀ ਥਾਂ 'ਤੇ ਨਾ ਡੱਡਾ ਆਉਂਦਾ ਇਹਦੇ ਵਿੱਚ। ਸ਼ਾਮ ਵੇਲਾ ਦੀਗਰ, ਵਹੁਟੀ ਕੁਆਰ, ਲਾੜਾ ਬੰਨਾ, ਕਮੀ ਜਾਂ ਘਾਟ ਨੂੰ ਤਰੋਟਾ, ਬੁਲਾਵੇ ਅਲਾਵੇ, ਬੁਰੇ ਕੁਵੰਨ, ਸ਼ੇਰ ਦਾ ਚੌਥਾ ਹਿੱਸਾ ਇਹਨੂੰ ਇਹ ਪੜੋਪੀ ਕਹਿੰਦੇ ਆ। ਰੌਸ਼ਨੀ ਸੋਝਲਾ, ਗਰਮੀਆਂ ਵਿੱਚ ਹੁਨਾਲੇ, ਦਿਹਾੜੇ ਨੂੰ ਡੀਂਹ ਕਹਿੰਦੇ ਆ, ਦਿਨ ਹੋ ਗਿਆ ਨਾ ਦਿਹਾੜਾ, ਡੀਂਹ ਕਹਿੰਦੇ ਆ। ਕਿੱਥੇ, ਇਹਦੀ ਇੱਕ ਜਗ੍ਹਾ ਉਹ ਮੁਲਤਾਨੀ 'ਚ ਕਹਿੰਦੇ ਆ ਕਿਥਾਈ, ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ, ਇਹ ਗੀਤ ਤੁਸੀਂ ਸੁਣਿਆ ਹੋਏਗਾ, ਉਹਦੇ ਵਿੱਚ ਇੱਦਾਂ ਦੇ ਸ਼ਬਦ ਤੁਹਾਨੂੰ ਮਿਲਣਗੇ। ਦੁੱਖੜਾ ਡਾਖਣੀ, ਬੋਲਦਾ ਅਲੇਦਾ, ਪਤਨੀ ਜ਼ਾਲ, ਆਵਾਜ਼ ਮਾਰਨੀ ਇਹਨੂੰ ਕਹਿੰਦੇ ਆ ਹਕਲ, ਹੋਵੇਗੀ ਬੀਸੀ, ਗੁਆਵੇ ਨੂੰ ਕੋਈ ਚੀਜ਼ ਗਵਾ ਲੈਂਦਾ, ਅਤੇ ਵੰਜਾਵੇ। ਠੀਕ ਹੈ ਜੀ, ਇਹ ਸਾਡੀ ਪੋਠੋਹਾਰੀ ਜਿਹੜੀ ਹੈ ਉਹਦੀ ਸ਼ਬਦਾਵਲੀ ਤੁਸੀਂ ਬੜੇ ਧਿਆਨ ਨਾਲ, ਪੋਠੋਹਾਰੀ ਤੋਂ ਬਾਅਦ ਮੁਲਤਾਨੀ, ਇਹ ਦੋਨੋਂ ਲਹਿੰਦੇ ਪੰਜਾਬ ਦੀਆਂ ਉਪ ਭਾਸ਼ਾਵਾਂ ਦੀਆਂ ਜਿਹੜੀਆਂ ਸ਼ਬਦਾਵਲੀਆਂ ਤੁਸੀਂ ਸੁਣੀਆਂ, ਸੋ ਮੋਟੇ ਤੌਰ 'ਤੇ ਉੱਤੇ ਸਮਝੋ। ਪੰਜਾਬੀ ਸਾਡੀ ਮਾਂ ਬੋਲੀ ਹੈ, ਰਾਜ ਭਾਸ਼ਾ ਹੈ। ਇਲਾਕੇ ਦੀ ਭਿੰਨਤਾ ਦੇ ਨਾਲ ਅੱਡ ਅੱਡ ਥਾਵਾਂ 'ਤੇ ਕੁਝ ਅੱਡ ਅੱਡ ਤਰ੍ਹਾਂ ਦੀ ਸ਼ਬਦਾਵਲੀ ਜਾਂ ਸ਼ਬਦ ਉਚਾਰਨ ਪੱਖੋਂ ਜਿਹੜੇ ਉਹ ਹੋਂਦ ਵਿੱਚ ਆਉਂਦੇ ਨੇ, ਉਹਨਾਂ ਨੂੰ ਅਸੀਂ ਉਸ ਭਾਸ਼ਾ ਦੀ ਉਪਭਾਸ਼ਾ ਕਹਿੰਦੇ ਹਾਂ। ਪੰਜਾਬ, ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਚੜ੍ਹਦੇ ਪੰਜਾਬ ਵਿੱਚ ਮਾਝੀ, ਮਲਵਈ, ਦੁਆਬੀ ਅਤੇ ਪੁਆਧੀ ਮੁੱਖ ਤੌਰ 'ਤੇ ਉਪਭਾਸ਼ਾਵਾਂ ਨੇ। ਲਹਿੰਦੇ ਪੰਜਾਬ ਵਿੱਚ ਮੁਲਤਾਨੀ ਅਤੇ ਪੋਠੋਹਾਰੀ ਉਪਭਾਸ਼ਾਵਾਂ ਨੇ। ਪਰ ਇਹਦੇ ਵਿੱਚ ਮੈਂ ਇੱਕ ਗੱਲ ਖਾਸ ਤੌਰ 'ਤੇ ਦੱਸ ਦਿਆਂ, ਜਿਉਂ-ਜਿਉਂ ਲੋਕਾਂ ਦੀ ਆਪਸ ਵਿੱਚ ਆਵਾਜਾਈ ਵੱਧਦੀ ਹੈ, ਸੰਚਾਰ ਦੇ ਸਾਧਨ ਜਿੱਦਾਂ ਹੁਣ ਮੋਬਾਈਲ ਹੈ, ਸੋਸ਼ਲ ਮੀਡੀਆ ਹੈ, ਬਹੁਤ ਜ਼ਿਆਦਾ ਲੋਕਾਂ ਦਾ ਇੱਕ ਦੂਜੇ ਨਾਲ ਸੰਚਾਰ ਵੱਧਦਾ ਹੈ, ਆਵਾਜਾਈ ਦੇ ਸਾਧਨ ਵੱਧਦੇ ਨੇ, ਮਿਲਣਾ ਗਿਲਣਾ ਵੱਧਦਾ ਹੈ, ਤਾਂ ਉਹਦੇ ਨਾਲ ਜਿਹੜੇ ਇਹ ਉਪ ਭਾਸ਼ਾਵਾਂ ਦੇ ਸ਼ਬਦ ਨੇ ਇਹ ਇੱਕ ਦੂਜੇ ਦੇ ਵਿੱਚ ਰਲ ਜਾਂਦੇ ਨੇ, ਇਹਨਾਂ ਦੇ ਵਿੱਚ ਵਖਰੇਵਾਂ ਬਹੁਤ ਘੱਟ ਜਾਂਦਾ ਹੈ, ਅਤੇ ਇਹ ਸ਼ਬਦ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹ ਵਖਰੇਵਾਂ ਜਿਹੜਾ ਉਹ ਘੱਟ ਜਾਏਗਾ, ਕਿਉਂਕਿ ਹੁਣ ਕੰਮ ਕਾਜ ਦੇ ਸਿਲਸਿਲੇ ਵਿੱਚ, ਨੌਕਰੀਆਂ ਦੇ ਸਿਲਸਿਲੇ ਵਿੱਚ ਲੋਕ ਇੱਕ ਦੂਜੇ ਨੂੰ ਮਿਲਦੇ ਗਿਲਦੇ ਰਹਿੰਦੇ ਨੇ, ਅਤੇ ਲੋਕਾਂ ਦੀ ਜਿਹੜੀ ਦੂਰੀ ਹੈ ਉਹ ਘੱਟ ਰਹੀ ਹੈ। ਅਤੇ ਇਸੇ ਤਰ੍ਹਾਂ ਭਾਸ਼ਾਵਾਂ ਦੇ ਵਿੱਚ ਜਿਵੇਂ ਅੱਗੇ ਦਰਿਆਵਾਂ ਕਰਕੇ ਇੱਕ ਥਾਂ ਤੋਂ ਦੂਜੀ ਥਾਂ, ਜਾਂ ਇੱਕ ਹਿੱਸੇ ਦੇ ਲੋਕ, ਇੱਕ ਖਿੱਤੇ ਦੇ ਲੋਕ ਦੂਜੇ ਖਿੱਤੇ ਵਿੱਚ ਜ਼ਿਆਦਾ ਆਸਾਨੀ ਨਾਲ ਨਹੀਂ ਜਾਂਦੇ ਸੀ, ਅਤੇ ਉਹ ਆਪਣੀ ਬੋਲੀ ਨੂੰ ਆਪਣੇ ਇਲਾਕੇ ਵਿੱਚ ਹੀ ਵਿਕਸਿਤ ਕਰਦੇ ਰਹਿੰਦੇ ਸੀ। ਹੁਣ ਅੱਡ ਅੱਡ ਤਰ੍ਹਾਂ ਦੀ ਸ਼ਬਦਾਵਲੀ, ਅੱਡ ਅੱਡ ਤਰ੍ਹਾਂ ਦੇ ਲੋਕਾਂ ਦੇ ਨਾਲ ਸੋਸ਼ਲ ਮੀਡੀਆ ਰਾਹੀਂ ਜਾਂ ਮਿਲਣ ਗਿਲਣ ਰਾਹੀਂ ਉਹ ਵਟਾਉਂਦੇ ਰਹਿੰਦੇ ਨੇ, ਅਤੇ ਇਹ ਜਿਹੜੇ ਸ਼ਬਦ ਨੇ ਉਹ ਹੁਣ ਸਾਨੂੰ ਕਿਸੇ ਉਪ ਭਾਸ਼ਾ ਦਾ ਹਿੱਸਾ ਨਹੀਂ ਲੱਗਦੇ, ਅਤੇ ਉਹ ਪੰਜਾਬੀ ਦਾ ਹਿੱਸਾ ਹੀ ਲੱਗਦੇ ਨੇ। ਸੋ ਇਹ ਸ਼ਬਦਾਵਲੀਆਂ ਜਿਹੜੀਆਂ ਉਪ ਭਾਸ਼ਾਵਾਂ ਦੇ ਜਿਹੜੇ ਇਹ ਥੋੜ੍ਹੇ ਥੋੜ੍ਹੇ ਵੱਖਰੇ ਸ਼ਬਦ ਸੀਗੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਪੰਜਾਬੀ ਭਾਸ਼ਾ ਨੂੰ ਹੋਰ ਅਮੀਰ ਕਰ ਰਹੇ ਨੇ।